ਓਸ਼ੋ ਦੇ ਲੈਕਚਰ। ਕੌਣ ਹੈ ਉਹਦਾ ਵਪਾਰੀ ਜਿਨ੍ਹਾਂ ਨੂੰ ਅਸੀਂ ਸੰਤ ਕਹਿੰਦੇ ਹਾਂ, ਸਿੱਧ ਕਹਿੰਦੇ ਹਾਂ, ਬੁੱਧ ਕਹਿੰਦੇ ਹਾਂ? ਉਹਦੇ ਵਪਾਰੀ ਹਨ। ਉਹ ਤੁਹਾਡੇ ਕੋਲ ਕੁਝ ਵੇਚਣ ਆਏ ਹਨ ਜਿਹਨੂੰ ਖਰੀਦਣ ਦੀ ਤੁਸੀਂ ਹਿੰਮਤ ਨਹੀਂ ਕਰ ਪਾਉਂਦੇ। ਉਹ ਤੁਹਾਨੂੰ ਕੁਝ ਦੇਣਾ ਚਾਹੁੰਦੇ ਹਨ ਜਿਹੜਾ ਅਮੁੱਲ ਹੈ, ਪਰ ਤੁਸੀਂ ਲੈਣ ਨੂੰ ਤਿਆਰ ਨਹੀਂ। ਤੁਹਾਡੇ ਖਿਆਲ 'ਚ ਅਜਿਹਾ ਲੱਗਦਾ ਹੈ ਕਿ ਜੋ ਮੁਫਤ ਮਿਲਦਾ ਉਹ ਬਿਨਾਂ ਮੁੱਲ ਦਾ ਹੋਏਗਾ। ਪਰਮਾਤਮਾ ਮੁਫਤ ਮਿਲਦਾ, ਇਸ ਲਈ ਤੁਸੀਂ ਉਹਦੀ ਚਿੰਤਾ ਨਹੀਂ ਕਰਦੇ। ਜੇਕਰ ਉਹਦੇ ਉੱਤੇ ਵੀ ਕੀਮਤ ਲੱਗੀ ਹੋਵੇ ਤਾਂ ਤੁਸੀਂ ਉਹਦੀ ਚਿੰਤਾ ਕਰੋਗੇ। ਬੁੱਧ, ਨਾਨਕ, ਕਬੀਰ ਵਪਾਰੀ ਹਨ, ਪਰ ਵਪਾਰ ਉਹਨਾਂ ਦਾ ਬਹੁਤ ਗੜਬੜ ਹੈ। ਉਹ ਵਪਾਰ ਸਾਡੀ ਸਮਝ ਤੋਂ ਬਾਹਰ ਹੈ। ਉਹ ਸਾਨੂੰ ਵਪਾਰੀ ਪ੍ਰਤੀਤ ਹੀ ਨਹੀਂ ਹੁੰਦੇ। ਅਜਿਹੀ ਕਹਾਣੀ ਹੈ। ਨਾਨਕ ਨੂੰ ਘਰ 'ਚ ਕੁਝ ਕਰਦੇ ਨਾ ਵੇਖ ਕੇ ਪਿਤਾ ਨੇ ਕਿਹਾ ਕਿ ਹੁਣ ਤੁਸੀਂ ਘੱਟੋ ਘੱਟ ਇੰਨਾ ਹੀ ਕਰੋ। ਬਿਲਕੁਲ ਵਿਅਰਥ ਨਾ ਬਣੋ, ਕਿਸੇ ਕੰਮ ਦੇ ਵੀ ਤਾਂ ਥੋੜ੍ਹੇ ਜਿਹੇ ਸਿੱਧ ਹੋਵੋ। ਪਿਤਾ ਨੂੰ ਵੀ ਨਾਨਕ 'ਚ ਵਿਖਾਈ ਨਹੀਂ ਦਿੱਤਾ ਕਿ ਇਸ ਆਦਮੀ 'ਚ ਕੁਝ ਕੀਮਤੀ ਹੈ। ਕਦੇ ਦੂਜੇ ਆ ਕੇ ਨਾਨਕ ਦੇ ਪਿਤਾ ਨੂੰ ਕਹਿ ਜਾਂਦੇ ਸਨ ਕਿ ਬਹੁਤ ਕੀਮਤੀ ਹੈ, ਪਰ ਨਾਨਕ ਦੇ ਪਿਓ ਨੂੰ ਕਦੇ ਭਰੋਸਾ ਨਹੀਂ ਆਇਆ ਕਿ ਕੀਮਤੀ ਕੀ ਮਿੱਟੀ ਹੈ। ਇੱਕ ਪੈਸਾ ਕਮਾਉਣ ਦੀ ਅਕਲ ਨਹੀਂ, ਸਿਰਫ ਗਵਾਉਣਾ ਜਾਣਦਾ ਹੈ। ਕੀਮਤੀ ਕਿਵੇਂ? ਇਸ ਜਗਤ ਵਿੱਚ ਜੋ ਕਮਾਉਣਾ ਹੈ, ਉਸ ਜਗਤ 'ਚ ਉਹ ਗਵਾਉਣਾ ਹੈ। ਉਸ ਜਗਤ 'ਚ ਜੋ ਕਮਾਉਣਾ ਹੈ, ਉਹ ਇਸ ਜਗਤ 'ਚ ਗਵਾਉਣ ਵਰਗਾ ਜਾਪਦਾ ਹੈ। ਸੋ ਨਾਨਕ ਨੂੰ ਕਿਹਾ ਕਿ ਕੁਝ ਨਹੀਂ ਹੁੰਦਾ, ਘੱਟੋ ਘੱਟ ਜਾਨਵਰਾਂ ਨੂੰ ਜੰਗਲ 'ਚ ਲਿਜਾ ਚਰਾ ਲਿਆ। ਇੰਨਾ ਤਾਂ ਕਰ ਹੀ ਸਕਦਾ ਹੈ। ਇਹ ਤਾਂ ਆਖਰੀ ਕੰਮ ਹੈ ਜਿਹੜਾ ਬੁੱਧੂ ਤੋਂ ਬੁੱਧੂ ਵੀ ਕਰ ਸਕਦਾ ਹੈ। ਅਤੇ ਜਦ ਲੋਕੀ ਆਪਣੇ ਪੁੱਤਰਾਂ 'ਤੇ ਨਾਰਾਜ਼ ਹੁੰਦੇ ਹਨ ਤਾਂ ਕਹਿੰਦੇ ਹਨ ਜੇ ਕੁਝ ਨਹੀਂ ਹੁੰਦਾ ਤਾਂ ਢੋਰ ਚਰਾਏਂਗਾ। ਉਹ ਆਖਰੀ ਹੈ। ਨਾਨਕ ਦੇ ਪਿਓ ਨੇ ਕਿਹਾ ਹੁਣ ਤੁਸੀਂ ਇਹੀ ਕਰੋ। ਇਹ ਬਹਿ ਕੇ ਗੀਤ ਗਾ ਕੇ, ਇਹ ਆਕਾਸ਼ ਵੱਲ ਅੱਖਾਂ ਚੁੱਕ ਕੇ ਕਦੇ ਦੁਨੀਆ ਚੱਲੀ ਹੈ? ਪਿਓ ਸੰਸਾਰੀ ਆਦਮੀ ਸੀ ਅਤੇ ਪੁੱਤਰ ਦੀ ਚਿੰਤਾ ਕਰਦਾ ਸੀ। ਪੁੱਤਰ ਕੁਝ ਕੰਮ ਦਾ ਹੋ ਜਾਏ, ਨਹੀਂ ਤਾਂ ਕਿਵੇਂ ਜੀਏਗਾ। ਨਾਨਕ ਮੰਨ ਗਏ, ਪਰ ਨਾਨਕ ਦੇ ਮੰਨਣ ਦਾ ਕਾਰਨ ਦੂਜਾ ਸੀ। ਨਾਨਕ ਮੰਨ ਇਸ ਲਈ ਗਏ ਕਿਉਂਕਿ ਨਾਨਕ ਨੇ ਹਮੇਸ਼ਾ ਵੇਖਿਆ ਕਿ ਆਦਮੀਆਂ ਦੀ ਬਜਾਏ ਜਾਨਵਰਾਂ ਦੀ ਸੰਗਤ 'ਚ ਬਹੁਤ ਸ਼ਾਂਤੀ ਹੈ। ਕਿਉਂਕਿ ਜਾਨਵਰ ਘੱਟੋ ਘੱਟ ਇਕਨੋਮਿਕਸ ਤਾਂ ਨਹੀਂ ਮੰਨਦੇ, ਉਹਨਾਂ ਦਾ ਕੋਈ ਅਰਥ ਸ਼ਾਸਤਰ ਤਾਂ ਨਹੀਂ ਹੈ, ਧਨ ਪੈਸਾ ਹਿਸਾਬ ਤਾਂ ਨਹੀਂ ਲਾਉਂਦੇ, ਬਸ ਜਿਉਂਦੇ ਹੈ। ਸੋ ਨਾਨਕ ਇੱਕਦਮ ਮੰਨ ਗਏ। ਉਹਨਾਂ ਨੂੰ ਸਦਾ ਹੀ ਗਾਵਾਂ ਮੱਝਾਂ ਦੇ ਕੋਲ ਬੈਠਣਾ ਪਸੰਦ ਸੀ। ਘੱਟੋ ਘੱਟ ਪੈਸਿਆਂ ਦੀ ਗੱਲ ਤਾਂ ਉੱਥੇ ਨਹੀਂ ਚੱਲਦੀ, ਚੁੱਪ ਤਾਂ ਹੁੰਦੀ ਹੈ, ਨਫੇ ਨੁਕਸਾਨ ਦਾ ਹਿਸਾਬ ਨਹੀਂ ਹੁੰਦਾ। ਘੱਟੋ ਘੱਟ ਜਾਨਵਰਾਂ ਨੇ ਤਾਂ ਆਪਣੇ ਆਪ ਨੂੰ ਉਹਦੀ ਮਰਜ਼ੀ 'ਤੇ ਛੱਡ ਦਿੱਤਾ ਹੈ, ਉਹਨਾਂ ਦਾ ਕੋਈ ਹੰਕਾਰ ਤਾਂ ਨਹੀਂ ਹੈ। ਸੋ ਚਲੇ ਗਏ ਗਾਵਾਂ ਮੱਝਾਂ ਨੂੰ ਲੈ ਕੇ, ਪਰ ਅਜਿਹੇ ਆਦਮੀ ਦੇ ਨਾਲ ਸਦਾ ਉਪੱਦਰ ਹੋਏਗਾ। ਗਾਵਾਂ ਮੱਝਾਂ ਚਰਨ ਲੱਗੀਆਂ, ਉਹਨਾਂ ਨੇ ਕਿਹਾ ਚਰੋ ਮਜ਼ੇ ਨਾਲ, ਆਨੰਦ ਨਾਲ। ਉਹ ਅੱਖਾਂ ਬੰਦ ਕਰਕੇ ਆਪਣੀ ਮਸਤੀ 'ਚ ਲੀਨ ਹੋ ਗਏ। ਜਾਨਵਰ ਸਾਰੇ ਨੇੜੇ ਦੇ ਖੇਤ 'ਚ ਵੜ ਗਏ। ਉਹਨਾਂ ਨੇ ਸਾਰਾ ਖੇਤ ਸਾਫ਼ ਕਰ ਦਿੱਤਾ। ਖੇਤ ਦਾ ਮਾਲਕ ਪਾਗਲਾਂ ਵਾਂਗ ਭੱਜਾ ਆਇਆ। ਉਹਨੇ ਕਿਹਾ ਇਹ ਤੂੰ ਕੀ ਕਰਵਾਇਆ? ਇਹਦਾ ਇੱਕ ਇੱਕ ਪੈਸਾ ਭਰਨਾ ਪਏਗਾ, ਮੇਰੀ ਪੂਰੀ ਫਸਲ ਬਰਬਾਦ ਹੋ ਗਈ। ਨਾਨਕ ਨੇ ਅੱਖ ਖੋਲ੍ਹੀ ਅਤੇ ਕਿਹਾ ਤੂੰ ਇੰਨਾ ਘਾਬਰ ਨਾ, ਜਾਨਵਰ ਉਸੇ ਦੇ ਹਨ, ਖੇਤ ਵੀ ਉਸੇ ਦਾ ਹੈ, ਉਹਨੇ ਹੀ ਚਰਵਾਇਆ, ਤੂੰ ਘਬਰਾ ਨਾ, ਬਹੁਤ ਵਰਦਾਨ ਤੇਰੇ 'ਤੇ ਵਰੇਗਾ। ਉਸ ਆਦਮੀ ਨੇ ਕਿਹਾ ਚੁੱਪ ਰਹਿ, ਬਕਵਾਸ ਨਾ ਕਰ, ਵਰਦਾਨ ਵਰੇਗਾ, ਮੈਂ ਬਰਬਾਦ ਹੋ ਗਿਆ। ਉਹ ਭੱਜਦਾ ਹੋਇਆ ਗਿਆ, ਨਾਨਕ ਦੇ ਪਿਓ ਨੂੰ ਫੜਿਆ ਅਤੇ ਪਿੰਡ ਦਾ ਜਿਹੜਾ ਲੰਬੜਦਾਰ ਸੀ ਉਹਦੇ ਕੋਲ ਲੈ ਗਿਆ। ਪੂਰੀ ਫਸਲ ਦਾ ਹਰਜਾਨਾ ਦੇਣ ਲਈ ਕਿਹਾ। ਉਹ ਜਿਹੜਾ ਮੁਖੀਆ ਸੀ ਉਹ ਨਾਨਕ ਦਾ ਭਗਤ ਸੀ, ਉਹ ਮੁਸਲਮਾਨ ਸੀ। ਰਾਏ ਬੁਲਾਰ ਉਹਦਾ ਨਾਂ ਸੀ, ਬੁਲਾਰ ਸ਼ਾਹ। ਉਹਨੇ ਕਿਹਾ ਨਾਨਕ ਨੂੰ ਵੀ ਪੁੱਛ ਲੈਣਾ ਚਾਹੀਦਾ ਕੀ ਹੋਇਆ। ਨਾਨਕ ਨੂੰ ਸੱਦਿਆ ਗਿਆ। ਨਾਨਕ ਨੇ ਕਿਹਾ ਸਭ ਉਹਦੀ ਮਰਜ਼ੀ ਨਾਲ ਹੋ ਰਿਹਾ ਹੈ, ਉਹਦੇ ਹੁਕਮ ਨਾਲ, ਅਤੇ ਸਭ ਠੀਕ ਹੀ ਹੋਏਗਾ। ਉਸੇ ਨੇ ਸਾਰੇ ਜਾਨਵਰ ਭੇਜੇ, ਉਸੇ ਨੇ ਫਸਲ ਉਗਾਈ, ਉਸੇ ਨੇ ਜਦ ਇੱਕ ਵਾਰ ਉਗਾਈ ਤਾਂ ਉਹ 1000 ਵਾਰ ਉਗਾ ਸਕਦਾ ਹੈ। ਘਬਰਾਉਣ ਦੀ ਕੀ ਗੱਲ ਹੈ? ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਨੁਕਸਾਨ ਵੀ ਹੋਇਆ। ਤਾਂ ਉਸ ਆਦਮੀ ਨੇ ਕਿਹਾ ਵੀ ਸਾਰੇ ਜਣੇ ਨਾਲ ਚੱਲਣ, ਮੇਰਾ ਖੇਤ ਬਰਬਾਦ ਪਿਆ। ਇਹ ਆਦਮੀ ਕਹਿੰਦਾ ਕੋਈ ਨੁਕਸਾਨ ਨਹੀਂ ਹੋਇਆ। ਕਹਾਣੀ ਕਹਿੰਦੀ ਹੈ ਕਿ ਜਦੋਂ ਵਾਪਸ ਪੁੱਜੇ ਵੇਖਿਆ ਕਿ ਖੇਤ ਖੂਬ ਲਹਿਲਹਾ ਰਿਹਾ ਸੀ, ਉੱਥੇ ਕੋਈ ਨੁਕਸਾਨ ਨਹੀਂ ਹੋਇਆ ਸੀ। ਸੱਚ ਤਾਂ ਅਜਿਹਾ ਹੈ ਕਿ ਆਲੇ ਦੁਆਲੇ ਦੇ ਖੇਤ ਫਿੱਕੇ ਪਏ ਸਨ।
ਇਸ ਖੇਤ 'ਚ ਜਿਸ ਤਰ੍ਹਾਂ ਦੀ ਫਸਲ ਹੋਈ ਸੀ ਇਹੋ ਜਿਹੀ ਕਦੇ ਵੇਖੀ ਨਹੀਂ ਸੀ। ਇਹ ਕਹਾਣੀ ਵਾਪਰੀ ਹੋਵੇ ਨਾ ਵਾਪਰੀ ਹੋਵੇ, ਪਰ ਬਹੁਤ ਮਤਲਬ ਦੀ ਹੈ। ਜਿਹੜਾ ਉਸ ਉੱਤੇ ਛੱਡ ਦਿੰਦਾ ਉਹਦੇ ਖੇਤ ਦੀ ਫਸਲ ਦਾ ਹੀ ਕੀ ਕਹਿਣਾ, ਤੇ ਨਾਨਕ ਨੇ ਉਹਦੇ ਉੱਤੇ ਛੱਡ ਦਿੱਤਾ। ਸੋ ਨਾਨਕ ਦੇ ਜੀਵਨ 'ਚ ਅਜਿਹੀ ਫਸਲ ਆਈ ਜਿਸ ਤਰ੍ਹਾਂ ਕਿ ਕਿਸੇ ਦੇ ਜੀਵਨ 'ਚ ਕਦੇ ਕਦੇ ਮੁਸ਼ਕਲ ਨਾਲ ਆਉਂਦੀ ਹੈ, ਪਰ ਛੱਡਣ ਦੀ ਹਿੰਮਤ। ਉਸ ਖੇਤ ਦਾ ਮਾਲਕ ਤਾਂ ਭਰੋਸਾ ਹੀ ਨਾ ਕਰ ਸਕਿਆ। ਇਹ ਕੀ ਹੋਇਆ? ਇਸ ਜਗਤ 'ਚ ਸਭ ਤੋਂ ਵੱਡਾ ਚਮਤਕਾਰ ਹੈ ਪਰਮਾਤਮਾ ਉੱਤੇ ਆਪਣੇ ਆਪ ਨੂੰ ਛੱਡ ਦੇਣਾ। ਤਾਂ ਤੁਹਾਡੇ ਜੀਵਨ 'ਚ ਰੋਜ਼-ਰੋਜ਼ ਅਜਿਹਾ ਵਾਪਰਨ ਲੱਗ ਪਏਗਾ। ਇਸ ਲਈ ਜਵਾਬ ਦੇਣਾ ਬਿਲਕੁਲ ਮੁਸ਼ਕਿਲ ਹੈ, ਜਿਹਨੂੰ ਸਮਝਾਉਣਾ ਮੁਸ਼ਕਿਲ ਹੈ, ਜਿਸ ਦੀ ਕੋਈ ਰੈਸ਼ਨਲ, ਕੋਈ ਤਰਕਯੁਕਤ ਵਿਆਖਿਆ ਨਹੀਂ ਹੋ ਸਕਦੀ। ਕਹਾਣੀ ਦਾ ਇੰਨਾ ਹੀ ਅਰਥ ਹੈ ਕਿ ਜਿਹੜੇ ਉਸ ਉੱਤੇ ਛੱਡ ਦਿੰਦੇ ਹੈ ਉਹਨਾਂ ਦੇ ਜੀਵਨ 'ਚ ਹਰ ਘੜੀ ਇਹੋ ਜਿਹੀਆਂ ਘਟਨਾਵਾਂ ਵਾਪਰਨ ਲੱਗ ਪੈਂਦੀਆਂ ਹਨ ਜਿਨ੍ਹਾਂ ਦਾ ਕੋਈ ਬੁੱਧੀਯੁਕਤ ਹੱਲ ਨਹੀਂ ਹੋ ਸਕਦਾ, ਜਿਹੜੀਆਂ ਬੁਝਾਰਤਾਂ ਜਾਂਦੀਆਂ ਹਨ। ਕਿਉਂ? ਕਿਉਂਕਿ ਜਦ ਅਮਾਪ ਤੁਹਾਡੇ ਜੀਵਨ 'ਚ ਪ੍ਰਵੇਸ਼ ਕਰ ਜਾਂਦਾ ਹੈ ਤਦ ਬੁਝਾਰਤਾਂ ਸ਼ੁਰੂ ਹੋ ਜਾਂਦੀਆਂ। ਬੁਝਾਰਤ ਦਾ ਇੱਕ ਹੀ ਅਰਥ ਹੈ, ਰਹੱਸਮय ਦਾ ਇੱਕ ਹੀ ਅਰਥ ਹੈ ਕਿ ਤੁਸੀਂ ਮਾਪ ਦੀ ਦੁਨੀਆ ਤੋਂ ਅਮਾਪ ਵੱਲ ਅੱਖਾਂ ਚੁੱਕ ਲਈਆਂ। ਤੁਸੀਂ ਹੱਦਾਂ ਦੇ ਵੱਲੋਂ ਹਟੇ, ਅਸੀਮ ਵੱਲ ਝੁਕੇ। ਗਿਆਤ ਨੂੰ ਤੁਸੀਂ ਜ਼ਰਾ ਛੱਡਿਆ ਤੇ ਅਗਿਆਤ ਨੂੰ ਤੁਹਾਡੇ ਜੀਵਨ 'ਚ ਆਇਆ। ਜਿਵੇਂ ਹੀ ਅਣਜਾਣੇ ਨੂੰ ਤੁਸੀਂ ਆਪਣੇ ਜੀਵਨ 'ਚ ਥੋੜ੍ਹੀ ਜਿਹੀ ਥਾਂ ਦਿੰਦੇ ਹੋ, ਤਿਵੇਂ ਹੀ ਰਹੱਸ ਵਾਪਰਨੇ ਸ਼ੁਰੂ ਹੋ ਜਾਂਦੇ ਹਨ, ਚਮਤਕਾਰ ਦੀ ਫਸਲ ਆਉਣੀ ਸ਼ੁਰੂ ਹੋ ਜਾਂਦੀ ਹੈ। ਨਾਨਕ ਕਿਸੇ ਹੋਰ ਦੂਜੀ ਦੁਨੀਆ ਦੇ ਵਪਾਰੀ ਹਨ। ਉਸ ਦੂਜੀ ਦੁਨੀਆ ਦੇ ਵਪਾਰੀਆਂ ਨਾਲ ਅਸੀਂ ਸਦਾ ਦੁਰਵਿਹਾਰ ਕੀਤਾ ਹੈ। ਜੀਸਸ ਨੂੰ ਅਸੀਂ ਸੂਲੀ 'ਤੇ ਚੜ੍ਹਾ ਦਿੱਤਾ, ਸੁਕਰਾਤ ਨੂੰ ਜ਼ਹਿਰ ਪਿਲਾ ਦਿੱਤਾ। ਅਸੀਂ ਸੂਲੀ ਵੀ ਨਾ ਦਿੱਤੀ ਹੋਵੇ, ਜ਼ਹਿਰ ਵੀ ਨਾ ਪਿਲਾਇਆ ਹੋਵੇ, ਤਾਂ ਵੀ ਅਸੀਂ ਉਸ ਦੁਨੀਆ ਦੇ ਵਪਾਰੀਆਂ ਦੀ ਗੱਲ ਕਦੇ ਨਹੀਂ ਸੁਣੀ। ਅਸੀਂ ਪੂਜਾ ਵੀ ਕੀਤੀ ਹੋਵੇ ਤਾਂ ਵੀ ਨਹੀਂ ਸੁਣੀ। ਪੂਜਾ ਵੀ ਸਾਡੀ ਇੱਕ ਬਚ ਨਿਕਲਣ ਦੀ ਤਰਕੀਬ ਹੈ ਕਿ ਅਸੀਂ ਕਹਿੰਦੇ ਹਾਂ ਕਿ ਤੁਸੀਂ ਬਹੁਤ ਮਹਾਨ ਹੋ, ਅਸੀਂ ਤੁਹਾਨੂੰ ਕਿਵੇਂ ਪਾ ਸਕਦੇ ਹਾਂ, ਤਾਂ ਤੁਹਾਡੇ ਚਰਨਾਂ 'ਚ ਅਸੀਂ ਫੁੱਲ ਚੜਾਉਂਦੇ ਹਾਂ। ਪਰ ਅਸੀਂ ਤਾਂ ਜਿਹੋ ਜਿਹੇ ਹਾਂ ਉਹੋ ਜਿਹੇ ਰਹਾਂਗੇ, ਅਤੇ ਅਸੀਂ ਪੂਜਾ ਕਰਕੇ ਉਹੋ ਜਿਹੇ ਬਣੇ ਰਹਿੰਦੇ ਹਾਂ। ਤੁਹਾਡੀ ਪੂਜਾ ਝੂਠੀ ਹੈ ਜੇਕਰ ਤੁਸੀਂ ਉਹੋ ਜਿਹੇ ਬਣੇ ਰਹਿੰਦੇ ਹੋ। ਇੱਕ ਹੀ ਕਸੌਟੀ ਹੈ ਪੂਜਾ ਦੇ ਸੱਚ ਹੋਣ ਦੀ ਕਿ ਪੂਜਾ ਤੁਹਾਨੂੰ ਬਦਲੇ। ਜੇਕਰ ਤੁਸੀਂ ਸੱਚਮੁੱਚ ਹੀ ਨਾਨਕ ਨੂੰ ਆਦਰ ਦਿੱਤਾ ਤਾਂ ਤੁਸੀਂ ਦੂਜੇ ਹੀ ਆਦਮੀ ਹੋ ਜਾਓਗੇ, ਪਰ ਤੁਸੀਂ ਨਾਨਕ ਨੂੰ ਆਦਰ ਵੀ ਦਿੰਦੇ ਹੋ ਅਤੇ ਉਹੋ ਜਿਹੇ ਆਦਮੀ ਬਣੇ ਰਹਿੰਦੇ ਹੋ। ਤੁਹਾਡਾ ਆਦਰ ਝੂਠਾ ਹੈ। ਆਦਰ ਵੀ ਬਚਣ ਦੀ ਤਰਕੀਬ ਹੈ। ਤੁਸੀਂ ਕਹਿੰਦੇ ਹੋ ਕਿ ਅਸੀਂ ਮੰਨਦੇ ਹਾਂ, ਤੁਸੀਂ ਜੋ ਕਹਿੰਦੇ ਹੋ ਬਿਲਕੁਲ ਠੀਕ ਹੈ, ਪਰ ਅਜੇ ਸਾਡਾ ਵੇਲਾ ਨਹੀਂ ਆਇਆ। ਜਦ ਆਏਗਾ ਤਦ ਅਸੀਂ ਵੀ ਇਸ ਰਾਹ 'ਤੇ ਟੁਰਾਂਗੇ, ਪਰ ਅਜੇ ਸੰਸਾਰ 'ਚ ਬਹੁਤ ਕੰਮ ਕਰਨੇ ਬਾਕੀ ਹਨ। ਪਹਿਲਾਂ ਉਹਨਾਂ ਨੂੰ ਨਿਬੇੜ ਲੈਣ ਦਿਓ। ਛੇਤੀ ਵੀ ਕੀ ਹੈ, ਅਸੀਂ ਪੋਸਟਪੋਨ ਕਰਦੇ ਹਾਂ। ਸਾਡਾ ਆਦਰ ਵੀ ਬਹੁਤ ਹੁਸ਼ਿਆਰੀ ਨਾਲ ਭਰਿਆ ਹੈ। ਧਿਆਨ ਰੱਖਣਾ, ਆਦਰ ਬਹੁਤ ਚਲਾਕ ਤਰਕੀਬ ਹੈ। ਜ਼ਹਿਰ ਪਿਲਾਉਣਾ ਸਿੱਧੀ ਸਾਦੀ ਗੱਲ ਹੈ ਕਿ ਅਸੀਂ ਇਸ ਆਦਮੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ। ਇਸ ਲਈ ਯੂਨਾਨ ਵਿੱਚ ਸੁਕਰਾਤ ਨੂੰ ਉਹਨਾਂ ਨੇ ਜ਼ਹਿਰ ਪਿਲਾ ਦਿੱਤਾ। ਯਹੂਦੀਆਂ ਨੇ ਜੀਸਸ ਨੂੰ ਸੂਲੀ ਚੜ੍ਹਾ ਦਿੱਤਾ। ਹਿੰਦੁਸਤਾਨ ਬਹੁਤ ਚਲਾਕ ਹੈ ਕਿਉਂਕਿ ਪੁਰਾਣੀ ਜਾਤੀ ਜ਼ਿਆਦਾ ਹੁਸ਼ਿਆਰ ਹੈ। ਅਸੀਂ ਬੁੱਧ ਨੂੰ, ਨਾਨਕ ਨੂੰ, ਮਹਾਵੀਰ ਨੂੰ, ਕ੍ਰਿਸ਼ਨ ਨੂੰ ਸੂਲੀ 'ਤੇ ਨਹੀਂ ਚਾੜਿਆ, ਨਾ ਹੀ ਅਸੀਂ ਉਹਨਾਂ ਨੂੰ ਜ਼ਹਿਰ ਦਿੱਤਾ, ਅਸੀਂ ਉਹਨਾਂ ਦੀ ਪੂਜਾ ਕੀਤੀ। ਧਿਆਨ ਰੱਖਣਾ, ਯਹੂਦੀ ਜੀਸਸ ਨੂੰ ਸੂਲੀ 'ਤੇ ਚੜ੍ਹਾ ਕੇ ਹੁਣ ਤੱਕ ਛੁਟਕਾਰਾ ਨਹੀਂ ਪਾ ਸਕੇ। ਯਹੂਦੀ ਦੇ ਪਿੱਛੇ ਜੀਸਸ ਘੁੰਮ ਰਿਹਾ ਹੈ ਕਿਉਂਕਿ ਜਿਸ ਨੂੰ ਤੁਸੀਂ ਸੂਲੀ ਚੜ੍ਹਾਓਗੇ ਉਸ ਲਈ ਤੁਹਾਡੇ ਅੰਦਰ ਇੱਕ ਅਪਰਾਧ ਦਾ ਭਾਵ ਪੈਦਾ ਹੋ ਜਾਏਗਾ। ਹੁਣ ਤੱਕ ਜੀਸਸ ਕੋਲੋਂ ਯਹੂਦੀਆਂ ਦਾ ਛੁਟਕਾਰਾ ਨਹੀਂ ਹੋਇਆ, ਕਦੇ ਨਹੀਂ ਹੋਏਗਾ, ਕਿਉਂਕਿ ਇੱਕ ਅਪਰਾਧ ਦਾ ਭਾਵ ਅੰਦਰ ਬੈਠ ਗਿਆ ਹੈ। ਬਾਰ-ਬਾਰ ਉਹਨਾਂ ਨੂੰ ਜੀਸਸ ਦੀ ਯਾਦ ਆਉਂਦੀ ਹੈ। ਲੇਕਿਨ ਅਸੀਂ ਪਹਿਲਾਂ ਹੀ ਛੁਟਕਾਰਾ ਕਰ ਲਿਆ ਹੈ, ਸਾਨੂੰ ਕਿਸੇ ਦੀ ਯਾਦ ਨਹੀਂ ਆਉਂਦੀ। ਅਸੀਂ ਬਹੁਤ ਹੁਸ਼ਿਆਰ ਲੋਕ ਹਾਂ। ਅਸੀਂ ਦਿਨ ਬੰਨ੍ਹ ਦਿੱਤੇ ਯਾਦਦਾਸ਼ਤ ਲਈ ਕਿ ਤੁਹਾਡਾ ਜਨਮ ਦਿਨ ਆਏਗਾ ਤਾਂ ਅਸੀਂ ਤੁਹਾਡੀ ਯਾਦ ਕਰ ਲਵਾਂਗੇ। ਬਾਕੀ ਸਮਾਂ ਤੁਸੀਂ ਸਾਡੇ 'ਤੇ ਕਿਰਪਾ ਕਰੋ, ਸਾਨੂੰ ਆਪਣਾ ਵਪਾਰ ਕਰਨ ਦਿਓ। ਅਜੇ ਸਾਡੀ ਉਤਸੁਕਤਾ ਉਸ ਦੁਨੀਆ ਦੇ ਵਪਾਰ 'ਚ ਨਹੀਂ ਹੈ। ਭਾਰਤ ਬਹੁਤ ਚਲਾਕ ਹੈ, ਇਸ ਲਈ ਅਸੀਂ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਕਿਉਂਕਿ ਅਸੀਂ ਛੁਟਕਾਰੇ ਦੀਆਂ ਸਰਲ ਤਰਕੀਬਾਂ ਜਾਣਦੇ ਹਾਂ। ਫਿਰ ਇੰਨਾ ਉਪੱਦਰ ਕਿਉਂ ਖੜ੍ਹਾ ਕਰਨਾ? ਸੂਲੀ ਚੜ੍ਹਾਉਣ ਦਾ ਮਤਲਬ ਇਹ ਹੈ ਕਿ ਅਸੀਂ ਤੁਹਾਨੂੰ ਬਹੁਤ ਗੰਭੀਰਤਾ ਨਾਲ ਲਿਆ, ਅਸੀਂ ਤੁਹਾਡੀ ਪੂਜਾ ਕਰਾਂਗੇ। ਇਹ ਬਹੁਤ ਸਰਲ ਅਤੇ ਅਹਿੰਸਾਤਮਕ ਪ੍ਰਕਿਰਿਆ ਹੈ ਛੁੱਟਣ ਦੀ। ਅਸੀਂ ਤੁਹਾਨੂੰ ਭਗਵਾਨ ਕਹਾਂਗੇ, ਗੁਰੂ ਕਹਾਂਗੇ, ਸੰਤ ਕਹਾਂਗੇ।
ਸਿੱਧਪੁਰ ਕਹਾਂਗੇ, ਪਰ ਤੁਸੀਂ ਸਾਨੂੰ ਅਸੀਂ ਰਹਿਣ ਦਿਓ। ਤੁਸੀਂ ਉਸ ਮੰਦਰ ਦੀ ਵੇਦੀ ਉੱਤੇ ਹੀ ਰਹੋ, ਅਸੀਂ ਇੱਥੇ ਸੰਸਾਰ ਵਿੱਚ। ਜਦ ਕਦੀ ਸਾਨੂੰ ਸੰਸਾਰ ਦੀ ਕਿਸੇ ਚੀਜ਼ ਦੀ ਜ਼ਰੂਰਤ ਹੋਏਗੀ ਤਾਂ ਅਸੀਂ ਤੁਹਾਡੇ ਕੋਲੋਂ ਮੰਗ ਲਵਾਂਗੇ, ਤੁਹਾਡੀ ਵਰਤੋਂ ਕਰਾਂਗੇ, ਪਰ ਅਸੀਂ ਤੁਹਾਡੇ ਕਾਰਨ ਬਦਲਾਂਗੇ ਨਹੀਂ। ਇਹ ਬਹੁਤ ਚਲਾਕ ਤੇ ਬਹੁਤ ਹੀ ਹੁਸ਼ਿਆਰ ਕੰਮ ਹੈ, ਪੁਰਾਣੀ ਕੰਮ ਹੈ। ਬੁੱਢੇ ਆਦਮੀ ਹਮੇਸ਼ਾ ਚਲਾਕ ਹੋ ਜਾਂਦੇ ਹਨ ਕਿਉਂਕਿ ਜ਼ਿੰਦਗੀ ਦਾ ਅਨੁਭਵ ਉਹਨਾਂ ਨੂੰ ਦੱਸ ਦਿੰਦਾ ਹੈ ਬਚਣ ਦੀਆਂ ਤਰਕੀਬਾਂ ਕੁਸ਼ਲਤਾ ਨਾਲ ਕੱਢੀਆਂ ਜਾ ਸਕਦੀਆਂ। ਇੰਨਾ ਜਾਲ, ਜ਼ਹਿਰ ਖਰੀਦਣਾ, ਜ਼ਹਿਰ ਪਿਲਾਉਣਾ, ਸੂਲੀ ਚੜਾਉਣਾ, ਇੰਨਾ ਉਪੱਦਰ ਕੀ ਕਰਨਾ। ਮੰਦਰ ਦੀ ਵੇਦੀ ਤੇ ਬਿਠਾ ਦਿਓ, ਛੁਟਕਾਰਾ ਹੋ ਜਾਂਦਾ ਹੈ। ਅਸੀਂ ਆਪਣੇ ਉਹਨਾਂ ਸਾਰੇ ਵਪਾਰੀਆਂ ਨੂੰ ਜਿਹੜੇ ਦੂਜੇ ਜਗਤ ਦੀ ਖਬਰ ਲਿਆਏ ਪੂਜਨੀਕ ਬਣਾ ਲਿਆ। ਪੂਜਨੀਕ ਬਣਾ ਕੇ ਸਾਡਾ ਨਿਪਟਾਰਾ ਹੋ ਗਿਆ, ਨਾਤਾ ਰਿਸ਼ਤਾ ਤੈਅ ਹੋ ਗਿਆ। ਅਸੀਂ ਭਗਤ ਹਾਂ, ਤੁਸੀਂ ਭਗਵਾਨ ਹੋ, ਅਸੀਂ ਪੁਜਾਰੀ ਹਾਂ, ਤੁਸੀਂ ਆਰਾਧਿਆ ਪੂਜਾ ਦੇ ਲਾਇਕ ਹੋ। ਗੱਲ ਨਿਬੜ ਗਈ। ਅਸਲੀ ਸਵਾਲ ਹੈ ਨਾਨਕ ਹੋ ਜਾਣਾ। ਅਸਲੀ ਸਵਾਲ ਨਾਨਕ ਦੀ ਪੂਜਾ ਨਹੀਂ ਹੈ। ਅਸਲੀ ਸਵਾਲ ਗੁਰੂ ਗ੍ਰੰਥ 'ਤੇ ਫੁੱਲ ਚੜਾਉਣਾ ਨਹੀਂ ਹੈ। ਅਸਲੀ ਸਵਾਲ ਗੁਰੂ ਗ੍ਰੰਥ ਹੋ ਜਾਣਾ ਹੈ ਕਿ ਤੁਹਾਡੇ ਸ਼ਬਦ ਦਾ ਉਚਾਰਨ ਉਸ ਇੱਕ ਓਂਕਾਰ ਦੀ ਧੁਨੀ ਲਿਆਉਣ ਲੱਗ ਪਵੇ। ਪਰ ਫਿਰ ਤੁਹਾਨੂੰ ਬਦਲਾਹਟ ਵਿੱਚੋਂ ਲੰਘਣਾ ਪਏਗਾ। ਉਹਦੇ ਵਪਾਰੀ ਵੀ ਅਮੁੱਲ ਹਨ। ਧੰਨਵਾਦ।